ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਭਾਗ 13। ਸੁਣੀਐ ਸਿੱਧ ਪੀਰ ਸੁਰਨਾਥ, ਸੁਣੀਐ ਧਰਤ ਧਵਲ ਆਕਾਸ਼, ਸੁਣੀਐ ਦੀਪ ਲੋ ਪਤਾਲ, ਸੁਣੀਐ ਪੂਰ ਨ ਸਕੇ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਕੀ ਸਮਝਾਉਂਦੇ ਆ ਸਤਿਗੁਰ? ਪਿੱਛੇ ਆਪਾਂ ਯੋਗਾਂ ਬਾਰੇ ਵਿਚਾਰ ਕੀਤੀ ਸੀਗੀ ਪਿਛਲੀ ਪੌੜੀ 'ਚ। ਸਿੱਧ ਦਾਅਵੇ ਕਰਦੇ ਸੀ ਵੱਡੇ ਵੱਡੇ, ਧਰਮ ਦੇ ਲੋਕਾਂ ਨੂੰ ਸਤਿਗੁਰਾਂ ਨੇ ਪ੍ਰੇਰਿਆ, ਸਮਝਾਇਆ। ਜੋ ਉਹਨਾਂ ਨੇ ਆਪਦੇ ਖਿਆਲ ਪ੍ਰਗਟ ਕੀਤੇ, ਧਰਮ ਬਣੇ, ਮਾਨਵ ਸੋਚਾਂ ਬਣੀਆਂ, ਉਹਨਾਂ 'ਚ ਉਹਨਾਂ ਨੂੰ ਸਮਝਾਇਆ। ਸਤਿਗੁਰ ਇੱਥੇ ਕੀ ਸਮਝਾ ਰਹੇ ਨੇ? ਵੀ ਜਿਹੜੇ ਸਿੱਧ ਸੀ ਉਹ ਇਹ ਦਾਅਵਾ ਕਰਦੇ ਸੀ, ਸੁਣੀਏ ਸਿੱਧ ਪੀਰ ਸੁਰਨਾਥ, ਸੁਰ ਆਪਦੇ ਆਪ ਨੂੰ ਪੀਰ ਕਹਾਉਣ ਵਾਲੇ, ਸੁਰ ਰਿਸ਼ੀ ਮੁਨੀ ਦੇਵਤੇ, ਨਾਥ। ਇਹ ਧਰਮਾਂ ਦੇ ਜਿਹੜੇ ਫਿਰਕੇ ਸੀਗੇ, ਉਹਨਾਂ ਨੇ ਕੀ ਗੱਲ ਆਖੀ, ਉਹ ਗ੍ਰੰਥਾਂ 'ਚ ਕੀ ਲਿਖਿਆ, ਆਪਦੇ ਖਿਆਲ ਪ੍ਰਗਟ ਕੀਤੇ, ਉਹਨਾਂ ਬਾਰੇ ਸਤਿਗੁਰਾਂ ਨੇ ਸਮਝਾਇਆ। ਕੀ ਪ੍ਰਗਟ ਕੀਤੇ ਉਹਨਾਂ ਨੇ ਖਿਆਲ ਆਪਦੇ? ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਧਰਤ ਧਵਲ ਆਕਾਸ਼। ਕਹਿੰਦੇ ਸਾਨੂੰ ਆਕਾਸ਼ਬਾਣੀ ਹੋਈ ਹੈ, ਉਹ ਨਾਦ ਜਿਹੜਾ ਹੁਕਮ ਨਾਮ ਅਸੀਂ ਸਿੱਧਾ ਹੀ ਸੁਣਦੇ ਹਾਂ, ਉਹ ਰੱਬੀ ਬਾਣੀ ਅਸੀਂ ਸੁਣੀ ਹੈ। ਕੀ ਸੁਣਿਆ ਉਹਦੇ ਵਿੱਚੋਂ? ਕਿ ਧਰਤੀ ਬੋਲ 'ਤੇ ਖੜੀ ਹੈ, ਧਰਤ ਧਵਲ ਆਕਾਸ਼, ਆਕਾਸ਼ ਹੈ, ਧਰਤੀ ਜਿਹੜੇ ਬੋਲ 'ਤੇ ਖੜੀ ਹੈ। ਇਹ ਖਿਆਲ ਸੀ ਉਹਨਾਂ ਦੇ। ਸੁਣੀਏ ਦੀਪ ਲੋ ਪਤਾਲ, ਸਾਨੂੰ ਹੋਰ ਵੀ ਸੁਣਿਆ ਉਹਦੇ ਵਿੱਚ ਬੜੇ ਦੇਸ਼ ਨੇ, ਟਾਪੂ ਨੇ, ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ। ਸਤਿਗੁਰਾਂ ਨੇ ਕਹਿ ਕੇ ਸਮਝਾਇਆ ਉਹਨਾਂ ਨੂੰ ਕੀ ਸੀ ਖਿਆਲ। ਇਵੇਂ ਇਸਲਾਮ ਦੇ ਬਾਬਾ ਫਰੀਦ ਜੀ ਨੇ ਆਪਾਂ ਨੂੰ ਆ ਕੇ ਪਿੱਛੇ ਆਪਾਂ ਲੜੀ ਕੀਤੀ ਉਹਨਾਂ ਦੀ ਸ਼ਲੋਕਾਂ ਦੀ, ਉਹਦੇ ਵਿੱਚ ਸਮਝਾਇਆ। ਉਹਨਾਂ ਦੇ ਵੀ ਖਿਆਲ ਸੀ। ਇਹ ਖਿਆਲ ਇਹਨੇ ਸੱਚ ਨਹੀਂ ਹੈਗਾ। ਸੱਚ ਤਾਂ ਸਾਨੂੰ ਬਾਣੀ ਤੋਂ ਪਤਾ ਲੱਗਦਾ ਆ ਕੇ। ਸਾਡੇ ਅੰਦਰ ਖਿਆਲ ਪੈਦਾ ਹੁੰਦੇ ਰਹਿੰਦੇ ਆ। ਅੱਖਾਂ ਦੇਖਦੀਆਂ ਨੇ, ਇੱਛਾ ਪੈਦਾ ਕਰ ਲੈਂਦੀਆਂ ਨੇ, ਕੰਨ ਸੁਣਦੇ ਨੇ, ਫਸਦੇ ਜਾਂਦੇ ਹਾਂ ਅਸੀਂ ਸੰਸਾਰ ਦੇ ਵਿੱਚ। ਇੰਨੇ ਬੁਰੇ ਫਸ ਜਾਂਦੇ ਹਾਂ, ਆਪਦੀ ਮੱਤ ਨਾਲ ਨਹੀਂ ਨਿਕਲ ਸਕਦੇ ਅਸੀਂ। ਹੁਣ ਇੱਥੋਂ ਆਪਾਂ ਗੁਰ ਕੀ ਮੱਤ ਲੈਣੀ ਹੈ, ਫਿਰ ਆਪਾਂ ਨੂੰ ਇਹ ਖੇਲ ਸਮਝ ਆਉਣੀ ਹੈ। ਗੁਰ ਕੀ ਮੱਤ ਤੋਂ ਭਾਵ ਗੁਰਮਤ, ਗਿਆਨ ਮੱਤ। ਇਹ ਗਿਆਨੀਆਂ ਦਾ ਮਾਰਗ ਹੈ। ਸੰਸਾਰ ਕੀ ਆ ਗਿਆਨੀ, ਪਰ ਆਪਦੇ ਆਪ ਨੂੰ ਗਿਆਨੀ ਮੰਨਦਾ ਹੈ। ਉਹਨਾਂ ਦੀ ਵੀ ਖਿਆਲ ਸੀ ਵੀ ਕਬਰਾਂ ਦੇ ਵਿੱਚ ਰੂਹਾਂ ਉਵੇਂ ਪਈਆਂ ਨੇ, ਜਿੰਦਾ ਨੇ। ਉਹ ਕਹਿੰਦੇ ਨੇ, ਉਹਨਾਂ ਦਾ ਖਿਆਲ ਸੀਗਾ ਵੀ ਦੁਬਾਰਾ ਜਨਮ ਨਹੀਂ ਹੁੰਦਾ, ਵੀ ਅੱਲਾ ਦਾ ਹੁਕਮ ਹੋਊ, ਇਹ ਕਬਰਾਂ 'ਚੋਂ ਜਿਉਂਦੇ ਹੋਣਗੇ 14ਵੀਂ ਸਦੀ 'ਚ। ਖਿਆਲ ਸੀਗੇ। ਉਹਨਾਂ ਨੂੰ ਵੀ ਸਮਝਾਇਆ ਸਤਿਗੁਰਾਂ ਨੇ। ਮੱਕੇ ਗਏ ਜਦੋਂ, ਚਾਰੇ ਦਾਸੀਆਂ ਕੀਤੀਆਂ, ਸਾਰੇ ਸੰਸਾਰ ਨੂੰ ਪ੍ਰੇਰਿਆ। ਉਹ ਕਬਰਾਂ ਤਾਂ ਹੈ, ਪਰ ਉਹ ਕਿਹੜੀ ਕਬਰ ਹੈ? ਸਰੀਰ ਦੀ ਕਬਰ ਸੀਗੀ, ਆਤਮਾ ਦੀ ਕਬਰ ਤਾਂ ਦੂਜੀ ਹੈ ਭਾਈ। ਉਹ ਤਾਂ ਦਿਖਦੀ ਨਹੀਂ ਅੱਖਾਂ ਨਾਲ। ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਉਹੀ ਤਾਂ ਉਹਦੀ ਕਬਰ ਹੈ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਅਸੀਂ ਬਾਹਰ ਨਹੀਂ ਜੀਰਾਨ ਕਬਰਾਂ ਨੂੰ। ਉਹ ਸਰੀਰ ਦੀਆਂ ਭਾਈ ਦੋ ਪੱਖ ਬਾਣੀ ਆਪਾਂ ਨੂੰ ਸਮਝਾਉਂਦੀ ਹੈ, ਲੋਕ ਅਤੇ ਪਰਲੋਕ, ਮਾਇਆ ਅਤੇ ਸੱਚ। ਪਰ ਇਹਨੂੰ ਜਾਣਦਾ ਕੋਈ ਨਹੀਂ ਹੈਗਾ। ਕੋਈ ਨਾ ਜਾਣੇ ਤੇਰਾ ਕੇਵੜ ਕੀਤਾ ਚੀਰਾ। ਇਹ ਮਾਇਆ ਕਿਵੇਂ ਆਕਾਸ਼ ਨਾਲ ਅਲੱਗ ਕਰਕੇ ਤੇ ਬਣਾਈ ਹੈ, ਕੋਈ ਨਹੀਂ ਜਾਣਦਾ। ਉਹ ਸਾਨੂੰ ਬਾਣੀ ਦੇ ਰਾਹੀਂ ਪਤਾ ਲੱਗਦਾ ਹੈ, ਸੱਚ ਦੇ ਰਾਹੀਂ ਪਤਾ ਲੱਗਦਾ ਹੈ। ਉਹੀ ਤਾਂ ਸਤਿਗੁਰਾਂ ਨੇ ਸਮਝਾਇਆ, ਸੰਸਾਰ ਨੂੰ ਪ੍ਰੇਰਿਆ, ਸਾਰੇ ਧਰਮਾਂ ਨੂੰ ਵੀ ਅੱਗੇ ਚੱਲੋ ਭਾਈ। ਸਾਨੂੰ ਕਿਉਂ ਨਹੀਂ ਸਮਝ ਆਉਂਦੀ? ਕੀ ਕਾਰਨ ਹੈ ਉਹਦਾ? ਅਸੀਂ ਉਹ ਗੁਰੂ ਭਗਤ ਸਾਹਿਬਾਨਾਂ ਨੂੰ ਉਪਦੇਸ਼ ਕਰਦੇ ਹਾਂ, ਉਹਨਾਂ ਤੋਂ ਵੱਡੇ ਬਣਦੇ ਹਾਂ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ। ਅੱਜ ਸਾਡੇ ਕੋਲ ਪ੍ਰਗਟ ਰੂਪ ਦੇ ਵਿੱਚ ਬਾਣੀ ਉਹਨਾਂ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ। ਅਸੀਂ ਗੁਰੂ ਦੀ ਨਹੀਂ ਸੁਣਦੇ, ਗੁਰੂ ਨੂੰ ਉਪਦੇਸ਼ ਕਰਦੇ ਹਾਂ, ਤਾਂ ਕਰਕੇ ਸਾਨੂੰ ਸਮਝ ਨਹੀਂ ਆਉਂਦੀ। ਗੁਰੂ ਘਰ ਜਾ ਕੇ ਇਹ ਸਿੱਖੀ ਅਪਣਾਉਣੀ ਆ ਆਪਾਂ, ਜਿੱਥੇ ਗੁਰੂ ਕੇ ਪਿਆਰੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ,
ਕਿਤੇ ਵੀ ਧਾਰਮਿਕ ਸਮਾਗਮ ਹੋਵੇ, ਜਿੱਥੇ ਗੁਰਮਤਿ ਦੀ ਵਿਚਾਰ ਹੋ ਰਹੀ ਹੈ, ਉੱਥੇ ਗੁਰੂ ਉਪਦੇਸ਼ ਕੰਨੀ ਧਿਆਨ ਰੱਖਣਾ ਹੈ, ਤਾਂ ਸਾਨੂੰ ਸਮਝ ਆਉਣੀ ਹੈ। ਬਿਨ ਨਾਮੇ ਜਗ ਕਮਲਾ ਫਿਰੇ, ਨਾਮ ਤੋਂ ਬਿਨਾਂ, ਗਿਆਨ ਤੋਂ ਬਿਨਾਂ ਕਮਲਿਆਂ ਵਾਂਗੂ ਅਸੀਂ ਭਟਕਦੇ ਰਹਿੰਦੇ ਹਾਂ। ਸਤਿਗੁਰ ਸਮਝਾਉਂਦੇ ਆ ਕਿ ਉਹਨਾਂ ਨੇ ਇਹ ਖਿਆਲ ਪ੍ਰਗਟ ਕੀਤੇ, ਫਿਰ ਉਹਨਾਂ ਨੂੰ ਸਮਝਾਇਆ ਵੀ ਜਿਹੜੀ ਕੁਦਰਤ ਹੈ ਉਹਨੇ ਸਾਰਾ ਖੇਲ ਬਣਾਇਆ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਬਾਣੀ ਸਮਝਾ ਰਹੀ ਹੈ। ਪਿਤਾ ਕਾ ਜਨਮ ਕਿਆ ਜਾਣੇ ਪੂਤ, ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇ ਜਨ ਤੋਂ ਪਾਏ ਤਿਨਾ ਪੀ ਰੋਜੀ ਦੇ। ਸਾਚੇ ਤੇ ਪਵਣਾ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋ ਸਮਾਏ। ਉਹੀ ਸਤਿਗੁਰਾਂ ਨੇ ਸਾਰੇ ਧਰਮਾਂ ਨੂੰ ਪ੍ਰੇਰਿਆ। ਬੜੇ ਬੜੇ ਔਲੀਏ ਫਕੀਰ ਜਿਨ੍ਹਾਂ ਨਾਲ ਸਤਿਗੁਰਾਂ ਦੀ ਗੋਸ਼ਟ ਹੋਈ, ਵਿਚਾਰ ਹੋਈ। ਸੰਸਾਰ ਭਰਮ ਦੇ ਵਿੱਚ ਡੁੱਬਿਆ ਸੀ, ਸਤਿਗੁਰਾਂ ਦੇ ਉਪਦੇਸ਼ ਰਾਹੀਂ ਉਹ ਜਿਹੜਾ ਅਗਿਆਨਤਾ ਉਹਨਾਂ ਦੇ ਅੰਦਰ ਸੀ, ਉਪਦੇਸ਼ ਰਾਹੀਂ ਉਹਨਾਂ ਦੀ ਦੂਰ ਕੀਤੀ, ਉਹਨਾਂ ਨੂੰ ਸਮਝਾਇਆ। ਸੰਸਾਰ ਦੇ ਵਿੱਚ ਜਿਹੜਾ ਜਨਮ ਹੁੰਦਾ ਹੈ ਜੀਵ ਦਾ, ਉਹ ਤਾਂ ਉਹਦੇ ਹੁਕਮ ਨਾਲ ਹੁੰਦਾ ਹੈ। ਜਦੋਂ ਇਹ ਸੰਸਾਰ ਨਹੀਂ ਹੁੰਦਾ, ਉਦੋਂ ਪਾਪ ਪੁੰਨ ਕਿੱਥੇ ਹੁੰਦਾ ਭਾਈ? ਜਦੋਂ ਇਹ ਸੰਸਾਰ ਨਹੀਂ ਹੁੰਦਾ, ਉਦੋਂ ਕੁਦਰਤ ਕਿੱਥੇ ਹੁੰਦੀ? ਹੁਣ ਤਾਂ ਸੀਮਤ ਕਰਤੀ ਅਸੀਂ ਧਰਮਾਂ 'ਚ ਅਲੱਗ-ਅਲੱਗ, ਕਿਸੇ ਨੇ ਕਿਤੇ ਬਿਠਾਤਾ, ਕਿਸੇ ਨੇ ਕਿਤੇ ਬਿਠਾਤਾ, ਕੁਦਰਤ ਨੂੰ ਸੀਮਤ ਕਰਤਾ, ਜਾਂ ਕਹਿ ਲਈਏ ਬਾਉਂਡ ਕਰਤਾ ਆਪਾਂ। ਕੁਦਰਤ ਸਾਡੀ ਮਨ-ਬੁੱਧੀ ਦਾ ਵਿਸ਼ਾ ਹੀ ਨਹੀਂ। ਅਸੀਂ ਉਹ ਚੀਜ਼ ਨੂੰ ਫੜ ਸਕਦੇ ਹਾਂ, ਸਾਡੀ ਪਕੜ 'ਚ ਨਹੀਂ, ਉਹਨੂੰ ਕਿਵੇਂ ਫੜਾਂਗੇ? ਅਸੀਂ ਤਾਂ ਮਹਿਸੂਸ ਵੀ ਨਹੀਂ ਕਰ ਸਕਦੇ ਕੁਦਰਤ ਨੂੰ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਪਰ ਫਿਰ ਵੀ ਬਹੁਤ ਧਰਮ ਗ੍ਰੰਥ ਲਿਖ ਮਾਰੇ, ਉਹਨਾਂ ਨੂੰ ਸਤਿਗੁਰਾਂ ਨੇ ਪ੍ਰੇਰਿਆ, ਸਮਝਾਇਆ। ਸਾਨੂੰ ਅੱਜ ਇਹ ਸਿੱਖੀ ਲੈਣ ਦੀ ਪ੍ਰੇਰਨਾ ਪਹਿਲਾਂ ਤਾਂ ਆਪ ਸਮਝਣੀ, ਫਿਰ ਦੂਜਿਆਂ ਨੂੰ ਦੇਣੀ ਚਾਹੀਦੀ ਹੈ। ਇਹ ਸਿੱਖੀ ਆਪਾਂ ਅਪਣਾਉਣੀ ਆ, ਸਾਨੂੰ ਲੋੜ ਅੱਜ ਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੇ ਹੋਏ ਨੇ ਜਾਂ ਜੁੜ ਰਹੇ ਨੇ, ਉਹਨਾਂ ਦਾ ਸੰਯੋਗ ਹੋ ਰਿਹਾ। ਇਹੀ ਸੰਯੋਗ ਹੈ ਆਤਮਾ ਅਤੇ ਪ੍ਰਾਤਮਾ ਦਾ ਮੇਲ। ਫਿਰ ਉਸ ਤੋਂ ਬਾਅਦ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ, ਨਾਮ ਬਾਰੇ ਆਪਾਂ ਸਿੱਧੀ ਵਿਚਾਰ ਹੀ ਨਹੀਂ ਕਰ ਸਕਦੇ। ਨਾਮੇ ਉਤਪਤ ਨਾਮੇ ਭਰ ਲੋ, ਜਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਪਿਤਾ ਕਾ ਜਨਮ ਕਿਆ ਜਾਣੇ ਪੂਤ, ਅਸੀਂ ਕੀ ਜਾਣਾਂਗੇ? ਜਦੋਂ ਅਸੀਂ ਸੰਸਾਰ 'ਚ ਆਉਂਦੇ ਹਾਂ, ਸਾਡੇ ਕੋਲ ਕੁਛ ਨਹੀਂ ਹੁੰਦਾ। ਉਹਦੀ ਕਿਰਪਾ ਰਹਿਮਤ ਨਾਲ ਸਾਨੂੰ ਇਹ ਮਨੁੱਖਾ ਦੇਹੀ ਉੱਪਰਾ ਕੱਪੜਾ ਰੂਪ ਸਰੀਰ ਮਿਲਦਾ ਹੈ। ਬਾਹਰਲਾ ਕੱਪੜਾ ਵੀ ਉਹਨੇ ਤਿਆਰ ਕੀਤਾ ਪਹਿਲਾਂ। ਪਿਤਪਾਲੇ ਜੀ ਅਨੁਭਵ ਭਾਤੀ, ਜਿਵੇਂ ਜਿਵੇਂ ਜੀ ਬਣਾਇਆ ਉਹ ਜਿਹਾ ਉਹਨੂੰ ਗਿਆਨ ਦਿੱਤਾ, ਉਹ ਜੀ ਉਹਦੀ ਪਿਤਪਾਲ ਕਰ ਰਿਹਾ। ਬਾਣੀ ਇੱਕ ਦਾ ਆਪਾਂ ਨੂੰ ਗਿਆਨ ਕਰਾਉਂਦੀ ਹੈ। ਇਹ ਸੱਚ ਹੈ, ਜੋ ਅਸੀਂ ਬੰਨੀ ਬੈਠੇ ਹਾਂ ਝੂਠ ਹੈ। ਉਹ ਕੀ ਹੈ? ਸੰਸਾਰ ਕੂੜ ਰਾਜਾ ਕੂੜ ਪ੍ਰਜਾ। ਜੋ ਸਾਨੂੰ ਦੀਂਦਾ ਸੀ ਉਹਦੇ ਨਾਲ ਜੁੜਾਂਗੇ। ਸਤਿਗੁਰੂ ਸਮਝਾਉਂਦੇ ਨੇ ਵੀ ਉਹਨਾਂ ਦੇ ਖਿਆਲ ਸੀਗੇ, ਭਗਤੀ ਫਿਰ ਵੀ ਕਰਦੇ ਰਹੇ। ਫਿਰ ਕਿਹਦੀ ਭਗਤੀ ਕਰਨੀ? ਜਿਹਨੂੰ ਰੱਬੀ ਬਾਣੀ ਸੁਣ ਗਈ। ਨਾਲੇ ਕਹਿੰਦੇ ਨੇ ਉਹਨੂੰ ਪੋਹ ਨਾ ਸਕੇ ਕਾਲ, ਉਹਨੂੰ ਕਾਲ ਸੂਹ ਨਹੀਂ ਸਕਦਾ। ਫਿਰ ਕਾਲ ਤੋਂ ਡਰਦੇ ਕਿਉਂ? ਫਿਰ ਭਗਤੀ ਕਿਉਂ ਕਰਦੇ? ਜਦੋਂ ਅਸੀਂ ਕਿਸੇ ਸਕੂਲ 'ਚੋਂ ਪੜ੍ਹਾਈ ਪੂਰੀ ਕਰ ਲਈ, ਸਾਨੂੰ ਡਿਗਰੀ ਮਿਲ ਗਈ, ਫਿਰ ਸਾਡਾ ਉੱਥੇ ਜਾਣ ਦਾ ਕੀ ਮਤਲਬ ਰਹਿ ਗਿਆ? ਬਸ ਐਵੇਂ ਹੀ ਇਹ ਖਿਆਲ ਸੀਗੇ ਸਾਰੇ। ਬਾਣੀ ਨੇ ਨਕਾਰਿਆ ਸਾਰਿਆਂ ਨੂੰ ਔਰ ਸੱਚ ਕੰਨੀ ਪ੍ਰੇਰਿਆ। ਫਾਸਨ ਕੀ ਵਿਦ ਸਭ ਕੋ ਜਾਣੇ। ਉਹ ਆਪਾਂ ਕੀ ਹੁਣ ਸਮਝਣਾ? ਇਹਨਾਂ ਤਾਂ ਆਪਾਂ ਗਿਆਨ ਲਿਆਈ ਹੈ, ਇੰਨਾ ਕੁ ਆਪਾਂ ਨੂੰ ਹੁੰਦਾ ਹੀ ਹੈ। ਛੁੱਟਣ ਕੀ ਇੱਕ ਕੋਈ ਜਿਹੜਾ ਗੁਰਬਾਣੀ ਨਾਲ ਜੁੜਿਆ ਹੈ, ਉਹਨੂੰ ਦੂਜੀਆਂ ਵਿਧੀਆਂ ਵਿਚਾਰਨ ਦੀ ਲੋੜ ਨਹੀਂ। ਤਾਂ ਇਹ ਸਮਝ ਆਉਣੀ ਆਪਾਂ ਨੂੰ। ਭਗਤ ਕਬੀਰ ਜੀ ਨੇ ਬਹੁਤ ਪਹਿਲਾਂ ਹੀ ਸਮਝਾਇਆ ਸੀ ਆਪਾਂ ਨੂੰ, ਗੱਗਾ ਗੁਰ ਕੇ ਵਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਰ। ਦੂਜੀ ਤਾਂ ਧਰਨੀ ਹੀ ਨਹੀਂ ਪਾਈ। ਜੇ ਆਪਾਂ ਪਾਰ ਨਿਕਲਣਾ, ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਇੱਥੇ ਸਤਿਗੁਰੂ ਸਮਝਾਉਂਦੇ ਨੇ, ਸੁਣੀਏ ਸਿੱਧ ਪੀਰ ਸੁਰਨਾਥ, ਸੁਣੇ ਧਰਤਬਲ ਆਕਾਸ਼। ਧਰਤੀ ਬੌਲਤ 'ਤੇ ਖੜੀ ਹੈ, ਬੜੇ ਦੇਸ਼ ਨੇ, ਬੜੇ ਪਤਾਲ ਨੇ, ਗਿਣਤੀ ਮਾਰੀ ਉਹਨਾਂ ਨੇ। ਸੁਣੀਏ ਪੋ ਨਾ ਸਕੇ ਕਾਲ। ਕਹਿੰਦੇ ਜਿਹਨੂੰ ਰੱਬੀ ਬਾਣੀ ਸੁਣ ਜਾਵੇ ਉਹਨੂੰ ਕਾਲ ਨਹੀਂ ਸੁਣਦਾ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ। ਇਹ ਵਿਗਾਸ ਮਾਰਗ ਹੈ ਭਾਈ। ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਇਹ 'ਤੇ ਆਪਾਂ ਚੱਲਣਾ ਵਾ। ਇਹ ਆਤਮਿਕ ਸਫ਼ਰ ਹੈ, ਆਤਮ ਮਾਰਗ ਹੈ। ਗਿਆਨ ਲੈਣਾ ਆਪਾਂ, ਫਿਰ ਆਪਾਂ ਉੱਥੇ ਜਾਵਾਂਗੇ ਆਪਦੇ ਘਰੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਫਿਰ ਆਪਾਂ ਨੂੰ ਇਹ ਰੱਬੀ ਬਾਣੀ ਕਿਵੇਂ ਸੁਣੂਗੀ? ਜੇ ਆਪਾਂ ਰੱਬੀ ਬਾਣੀ ਵਿਚਾਰ ਨਾਲ ਜੁੜਾਂਗੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਇਹ ਰੱਬ ਦੀਆਂ ਬਾਤਾਂ ਜੋ ਸੁਣਨ ਆਈ ਹੈ ਜੀਵ ਆਤਮਾ। ਸੁਣ ਸੁਣ ਪ੍ਰੀਤਮ ਤੁਮਾਰੀ ਬਾतें ਪ੍ਰਭ ਵੇਖਣ ਕਾ ਚਾਓ। ਸਾਨੂੰ ਫਿਰ ਹੀ ਪਤਾ ਲੱਗੂ ਵੀ ਅਸੀਂ ਵਿਛੜੇ ਹੋਏ ਹਾਂ। ਆਪਾਂ ਨੂੰ ਫਿਰ ਉਹ ਰੱਬੀ ਬਾਣੀ ਕਿਵੇਂ ਸੁਣੂਗੀ? ਉਹ ਨਾਮ ਕਿਵੇਂ ਸੁਣੂਗਾ? ਗਿਆਨ ਕਾ ਵੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਗੁਰੂ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ। ਜਿਹੜੇ ਗੁਰੂ ਸ਼ਬਦ ਨਾਲ ਨਹੀਂ ਜੁੜਦੇ, ਉਹਨਾਂ ਦਾ ਜੀਵਨ ਐਵੇਂ ਚੱਲਿਆ ਜਾਂਦਾ ਹੈ। ਗੁਰੂ ਸ਼ਬਦ ਦੇ ਗਿਆਨ ਤੋਂ ਬਾਅਦ ਮਨ ਟਿਕ ਜਾਂਦਾ ਹੈ। ਮਨ ਬੁੱਧੀ ਇੱਕ ਹੋ ਕੇ ਆਪਦੇ ਮੋੜ
ਪ੍ਰਾਤਮਾ 'ਚ ਲਏ ਹੋ ਜਾਂਦੇ, ਪਰਮਾਤਮਾ 'ਚ ਨਹੀਂ, ਪ੍ਰਾਤਮਾ 'ਚ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਿਰੇ। ਜਿਹੜੀ ਉਹ ਭੁੱਲ ਸਾਡੀ ਸੰਸਾਰ ਦੀ ਹੋ ਚੁੱਕੀ, ਗਲਤੀਆਂ ਕਰਦੇ ਰਹੇ ਅਸੀਂ, ਕੁਦਰਤ ਦਾ ਵਿਰੋਧ ਕਰਦੇ ਰਹੇ, ਉਹ ਸਾਨੂੰ ਸਾਰੀ ਖੇਲ ਸਮਝ ਆ ਜਾਂਦੀ ਹੈ। ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਗਿਆਨ ਲੈ ਕੇ ਸੂਝਵਾਨ ਹੋ ਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਉਸ ਅਵਸਥਾ ਤੱਕ ਆਪਾਂ ਨੂੰ ਦੋ ਪਦਾਰਥ ਮਿਲ ਜਾਂਦੇ ਨੇ, ਗਿਆਨ ਪਦਾਰਥ ਔਰ ਮੁਕਤ ਪਦਾਰਥ। ਮੁਕਤੀ ਸੰਤੋਖ ਨਾਮ ਤੋਂ ਸਮਝ ਆਉਂਦੀ ਹੈ ਸਾਰੀ ਸਾਨੂੰ ਜਾ ਕੇ। ਇਹ ਦੋ ਪਦਾਰਥ ਆਪਾਂ ਲੈਣੇ ਆ, ਗਿਆਨ ਪਦਾਰਥ, ਮੁਕਤ ਪਦਾਰਥ। ਫਿਰ ਤੀਜਾ ਪਦਾਰਥ ਕਿਹੜਾ ਆਪਣਾ, ਉਹ ਨਾਮ। ਫਿਰ ਸੁਣਨੀ ਉਹ ਰੱਬੀ ਬਾਣੀ ਆਪਾਂ ਨੂੰ, ਜਿਹਨੂੰ ਦੁਨੀਆ ਤਰਸਦੀ ਹੈ। ਉਹ ਅੰਮ੍ਰਿਤ ਹੈ ਆਤਮਾ ਕਰਕੇ। ਉਹ ਸਿੱਧਾ ਨੇ ਖਿਆਲ ਪ੍ਰਗਟ ਕੀਤੀ, ਸਤਿਗੁਰਾਂ ਨੇ ਸਮਝਾਇਆ, ਭਾਈ ਸੁਣੀ ਤਾਂ ਜਾ ਸਕਦੀ ਹੈ ਰੱਬੀ ਬਾਣੀ, ਪਰ ਆਹ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ। ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ। ਬਾਬਾ ਫਰੀਦ ਜੀ ਕੀ ਸਮਝਾਉਂਦੇ ਪਹਿਲੇ ਸਲੋਕ 'ਚ, ਆਇਆ ਬੰਦਾ ਦੁਨੀ ਵਿੱਚ ਬਤ ਐ ਸੁਣੀ ਵਨ। ਮੌਕਾ ਸੀਗਾ, ਐ ਸੁਣੀ ਹੁੰਦੀ ਹੈ ਕੰਨਾਂ ਤੋਂ ਬਿਨਾਂ। ਇਹ ਬਿਨ ਕੰਨੀ ਸੁਣਨ ਵਾਲੀ ਬਾਣੀ ਹੈ। ਉਹ ਆਪਾਂ ਨੂੰ ਫਿਰ ਸੁਣੂਗੀ ਜਦੋਂ ਆਪਾਂ ਮਾਇਆ ਦਾ ਤਿਆਗ ਕਰਕੇ ਦੇਵਲੋਕ ਪਹੁੰਚਾਂਗੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੋ ਜਿਲੇ ਕੀਤੀ ਛੁੱਟੀ ਨਾਲ। ਫਿਰ ਉਹ ਸੁਣਦੀ ਆ ਜਦੋਂ ਮਾਇਆ ਤੋਂ ਮੁਕਤ ਹੋ ਜਾਂਦੇ, ਸੰਸਾਰ ਤੋਂ ਸਰੀਰ 'ਚ ਰਹਿੰਦੇ ਰਹਿੰਦੇ ਸਾਡੇ 'ਚ ਗੁਣ ਪੈਦਾ ਹੋ ਜਾਂਦੇ ਨੇ, ਨਿਰਭਉ ਨਿਰਵੈਰ ਕਾਲ ਤੋਂ ਮੁਕਤ ਅਜੂਨੀ ਹੋ ਜਾਂਦੇ ਆ। ਸਰੀਰ 'ਚ ਰਹਿੰਦੇ ਸਰੀਰ ਦਾ ਪ੍ਰੇਮ ਨਹੀਂ, ਇਹ ਚਾਰੇ ਗੁਣਾਂ ਦੀ ਪ੍ਰਾਪਤੀ ਕਰਨ ਤੋਂ ਬਾਅਦ ਫਿਰ ਉਹ ਨਾਮ, ਉਹ ਰੱਬੀ ਬਾਣੀ ਸਾਨੂੰ ਸੁਣਦੀ ਹੈ। ਜਿਹੜੇ ਸੁਣ ਲੈਂਦੇ ਨੇ ਉਹਨਾਂ ਨੂੰ ਕਾਲ ਨਹੀਂ ਛੂੰਹਦਾ ਹੈਗਾ, ਕਾਲ ਤੋਂ ਮੁਕਤ ਹੋ ਜਾਂਦੇ ਨੇ। ਜਦੋਂ ਸੁਣਦੀ ਆ ਬਾਣੀ ਫਿਰ ਉਹ ਸਮਾ ਜਾਂਦੇ ਨੇ। ਉਹ ਚੌਥਾ ਪਦਾਰਥ ਆਪਣਾ ਜਨਮ। ਇਹ ਚਾਰ ਪਦਾਰਥ ਨੇ, ਚੌਥੇ ਜਾ ਕੇ ਆਪਾਂ ਨੂੰ ਸੁਣਨੀ ਹੈ। ਇੱਥੇ ਸਿੱਧਾ ਨੇ ਖਿਆਲ ਪ੍ਰਗਟ ਕੀਤੇ ਸੀਗੇ, ਸਤਿਗੁਰਾਂ ਨੇ ਉਹਨੂੰ ਸਮਝਾਇਆ, ਪ੍ਰੇਰਿਆ, ਸਾਰੇ ਧਰਮਾਂ ਨੂੰ ਸਮਝਾਇਆ। ਸਾਨੂੰ ਤਾਂ ਨਹੀਂ ਸਮਝ ਆਉਂਦੀ, ਅਸੀਂ ਉਹ ਗੁਰੂ ਭਗਤ ਸਾਹਿਬਾਨਾਂ ਨੂੰ ਉਪਦੇਸ਼ ਕਰਦੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ। ਕਬੀਰ ਔਰੋਂ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਾਸ ਬਰਾਨੀ ਰਾਖਤੇ ਖਾਇਆ ਕਰ ਕਾ ਖੇਤ। ਉੱਥੋਂ ਅਸੀਂ ਫਿਰ ਕਿਰਾਏ ਪੈ ਜਾਂਦੇ ਹਾਂ, ਦੂਏ ਨੂੰ ਉਪਦੇਸ਼ ਕਰਦੇ ਹਾਂ, ਆਪ ਨਹੀਂ ਕਮਾਈ ਕਰਦੇ। ਫਿਰ ਇਹ ਰੱਬੀ ਬਾਣੀ ਭਾਈ ਆਪਾਂ ਨੂੰ ਸੁਣਨੀ ਹੈ, ਜੋ ਸਿੱਧ ਸਮਝਾ ਰਹੇ ਨੇ। ਸਤਿਗੁਰਾਂ ਨੇ ਸੁਣ ਕੇ ਉਹਨਾਂ ਨੂੰ ਸਮਝਾਇਆ। ਸੰਸਾਰ ਨੂੰ ਸਿੱਧਾ ਪੀਰਾਂ ਨੇ, ਜੋ ਰਿਸ਼ੀ ਮੁਨੀਆਂ ਨੇ ਆਪਣੀਆਂ ਮੱਤਾਂ ਸੀਗੀਆਂ, ਉਹਦੇ ਗ੍ਰੰਥ ਲਿਖਤੇ, ਸੰਸਾਰ ਜੁੜਦਾ ਰਿਹਾ। ਪਰ ਸੱਚ ਜਦੋਂ ਪ੍ਰਗਟ ਹੋਇਆ ਫਿਰ ਸਾਰੀ ਇਹ ਖੇਲ ਸਮਝ ਆ ਗਈ। ਸਤਿਗੁਰਾਂ ਨੇ ਸਮੇਂ ਸਮੇਂ ਅਨੁਸਾਰ ਗੁਰੂ ਭਗਤ ਸਾਹਿਬਾਨਾਂ ਨੇ ਸੰਸਾਰ ਨੂੰ ਪ੍ਰੇਰਿਆ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਫਿਰ ਆਪਾਂ ਨੂੰ ਰੱਬੀ ਬਾਣੀ ਸੁਣੀ ਜਾਣੀ ਹੈ। ਜੋ ਇਹ ਪੌੜੀ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਵੀ ਸਿੱਧ ਪੀਰ ਸਮਝਾਉਂਦੇ ਸੀ, ਉਹ ਖਿਆਲ ਸੀਗੇ। ਬਾਣੀ ਕੀ ਹੈ ਸੱਚ, ਫਿਰ ਸਾਨੂੰ ਸੱਚ ਦਾ ਦਰਸ਼ਨ ਹੋਣਾ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਆ। ਚਾਰ ਪਦਾਰਥ ਜੀ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਸਾਜਨਾ ਦੀ ਬਾਣੀ ਹੈ ਭਾਈ। ਜੇ ਇਹਦੀ ਕਿਸੇ ਨੇ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਆਪਾਂ ਨੂੰ ਚੱਲਣਾ ਪਊ, ਅਮਲ ਕਰਨਾ ਪਊਗਾ। ਆਓ ਆਪਾਂ ਵੀ ਮਿਲ ਕੇ ਸਾਰੇ ਵਿਚਾਰਧਾਰਾ ਨਾਲ ਜੁੜੀਏ, ਇਹਦੀ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।